हाँ जी, अच्छा जी, ਜਿਹੜਾ ਰੋਸ ਮੁਜ਼ਾਹਰਾ ਹੋ ਰਿਹਾ ਜੀ ਸੰਗਤ ਵੱਲੋਂ, ਇਹਦਾ ਕੀ ਕਾਰਨ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 25 ਤਰੀਕ ਨੂੰ ਜੀ ਅਸੀਂ ਇੱਥੇ ਮੀਟਿੰਗ ਕੀਤੀ ਸੀਗੀ ਸੰਗਤ ਦੀ ਰੂਪ ਦੇ ਵਿੱਚ ਸਾਰਿਆਂ ਨੇ, ਤੇ ਕੋਈ ਬੋਲੋ। ਤੇ ਉਹ ਮੀਟਿੰਗ 8 ਘੰਟੇ ਚੱਲੀ। ਗੁਰੂ ਸਾਹਿਬ ਦੀ ਕਿਰਪਾ ਨਾਲ ਵਧੀਆ ਮੀਟਿੰਗ ਚੱਲੀ। ਸਵਾਲ ਜਵਾਬ ਜਿਹੜੇ ਅਸੀਂ ਰੱਖੇ ਤੇ ਉਹਦਾ ਕੋਈ ਸਾਨੂੰ ਜਵਾਬ ਨਹੀਂ ਮਿਲਿਆ। ਸਾਰੇ ਜਾਇਜ਼ ਸਵਾਲ ਸੀਗੇ ਤੇ ਅਗਲੇ ਦਿਨ ਸਾਨੂੰ ਜਵਾਬ ਇਹ ਮਿਲਿਆ, ਜਿਹੜੇ ਸਾਡੇ ਭਰਾ ਸਵੇਰੇ ਮਹਾਰਾਜ ਦੀ ਸੇਵਾ ਕਰਦੇ ਹੁੰਦੇ ਸੀਗੇ, ਆਪਣੇ 2 ਵਜੇ ਆ ਕੇ ਉਹਨਾਂ ਨੇ ਸੇਵਾ ਸ਼ੁਰੂ ਕਰਨੀ ਮਹਾਰਾਜ ਦੀ, ਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ, ਬੇਅੰਤ ਬਾਣੀਆਂ, ਵਾਹਿਗੁਰੂ ਦਾ ਸਿਮਰਨ, ਤੇ 5 ਵਜੇ ਮਹਾਰਾਜ ਪ੍ਰਕਾਸ਼ ਕਰਦੇ ਹੁੰਦੇ। ਉਸ ਤੋਂ ਬਾਅਦ ਨਿਤਨੇਮ, ਤੇ ਫਿਰ ਉਹ ਆਪਦੇ ਕੰਮਾਂ ਕਾਰਾਂ 'ਤੇ ਚੱਲ ਜਾਂਦੇ। 5-6 ਸਾਲਾਂ ਤੋਂ ਉਹ ਜਿਹੜੇ ਸਿੰਘ ਸੇਵਾ ਕਰਦੇ, 8 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਸਾਨੂੰ ਪਹਿਲਾ ਜਵਾਬ ਮਿਲਿਆ ਸੀ। ਉਹਨਾਂ ਨੂੰ ਸਵੇਰੇ ਪੁਲਿਸ ਸੱਦ ਕੇ ਤੇ ਆਪਣੇ ਟਰੱਸਟ ਪਾਸ ਦਿੱਤਾ ਜਾਂਦਾ ਜੀ, ਗੁਰੂ ਘਰ ਚੋਂ ਕੱਢਿਆ ਜਾਂਦਾ, ਗੁਰਬਾਣੀ ਪੜ੍ਹ ਜਾਣ। ਤੇ ਉਸ ਤੋਂ ਬਾਅਦ ਅਸੀਂ ਜਿਹੜੇ 5 ਟਰੱਸਟੀ ਆ ਇਸ ਗੁਰੂ ਘਰ ਦੇ ਜੀ, ਉਹਦੇ ਵਿੱਚੋਂ 10 ਵੀ ਇੱਕ ਮੈਂਬਰ ਹਨ, ਰਣਜੀਤ ਸਿੰਘ ਦਾਸ ਦਾ ਨਾਂ ਹੈ ਜੀ, ਤੇ 4 ਟਰੱਸਟੀ ਜਿਹੜੇ ਹੋਰ ਅਸੀਂ ਰਲ ਕੇ ਮੀਟਿੰਗ ਕੀਤੀ ਵੀ ਭਾਈ ਇਹ ਗਲਤ ਹੋ ਰਿਹਾ ਹੈ ਤੇ ਇਹ ਟਰੱਸਟ ਪਾਸ ਨਹੀਂ ਦੇਣਾ ਚਾਹੀਦਾ ਜੀ, ਤੇ ਜਿਹੜੇ ਸੰਗਤ ਦੇ ਸਵਾਲ ਜਾਇਜ਼ ਆ, ਜੋ ਹਿਸਾਬ ਕਿਤਾਬ ਸੰਗਤ ਮੰਗ ਰਹੀ ਆ ਉਹ ਦੇਣਾ ਬਣਦਾ ਆ। ਸੰਗਤ ਨੇ ਰਲ ਮਿਲ ਕੇ, ਸੰਗਤ ਦੇ ਸਿਰ ਦੇ ਉੱਤੇ ਹੀ ਗੁਰੂ ਘਰ ਬਣਿਆ ਆ, ਸੰਗਤ ਦੇ ਗੁਰੂ ਘਰ ਆ, ਤੇ ਆਪਾਂ ਨੂੰ ਇਹ ਚੀਜ਼ ਦਾ ਜਵਾਬ ਦੇਣਾ ਚਾਹੀਦਾ। ਪਰ ਉਹ ਚੀਜ਼ ਦਾ ਜਵਾਬ ਸਾਨੂੰ ਕੀ ਮਿਲਦਾ, ਮੈਨੂੰ ਤੇ ਅਵਤਾਰ ਅੰਕਲ ਨੂੰ ਇੱਧਰ ਹਾਂਜੀ, ਇਹ ਅਵਤਾਰ ਅੰਕਲ ਜੀ ਹੈ ਜੀ, ਤੇ ਸਾਨੂੰ ਲੈਟਰ ਆਉਂਦੀ ਹੈ ਜੀ ਫਰਾਈਡੇ ਨੂੰ, ਇਹ ਜਵਾਬ ਮਿਲਦਾ ਕਿ ਤੁਸੀਂ ਟਰੱਸਟ ਦੇ ਵਿੱਚੋਂ ਬਾਹਰ ਹੋ, ਸਾਨੂੰ ਦੋਨੋਂ ਬਾਹਰ ਕੱਢ ਦਿੱਤਾ ਜਾਂਦਾ ਜੀ। ਤੇ ਉਹ ਸਾਰਾ ਸੰਗਤ ਨੂੰ ਰੋਸ ਹੈ ਉਹ ਚੀਜ਼ ਦਾ, ਉਹ ਰੋਸ ਤੁਸੀਂ ਦੇਖ ਰਹੇ ਹੋ ਇੱਥੇ। ਤੇ ਜਦੋਂ ਗੁੱਡਵੈਲ ਬਣਾਉਣੀ ਸੀ, ਲੋਨ ਕਰਾਉਣਾ ਸੀ, ਇਹਨਾਂ ਦੀਆਂ 7 ਪ੍ਰਾਪਰਟੀਆਂ ਲੱਗੀਆਂ ਹੈ ਜੀ, ਤੇ ਇਹ ਆਪ ਵੀ ਦੱਸ ਦਿੰਦੇ ਆ ਜੀ ਜੋ ਇਹਨਾਂ ਦੀ ਫੀਲਿੰਗ ਹੈ ਇਸ ਟਾਈਮ। ਬਾਕੀ ਫੀਲਿੰਗ ਤੁਸੀਂ ਸੰਗਤ ਦੀ ਦੇਖ ਰਹੇ ਹੋ, ਭਾਵਨਾ। ਅੱਛਾ ਵੀਰ ਜੀ, ਪਹਿਲਾਂ ਇਹ ਦੱਸੋ ਕਿ ਸਵਾਲ ਕੀ ਸੀਗੇ, ਕਿਉਂਕਿ ਇਹ ਕਲੀਅਰ ਨਹੀਂ ਹੋ ਰਿਹਾ ਵੀ ਜਿਹੜਾ ਰੋਸ ਮੁਜ਼ਾਹਰਾ ਆ, ਸਵਾਲ ਤੁਹਾਡੇ ਕੀ ਸੀਗੇ ਜਿਨ੍ਹਾਂ ਤੋਂ ਜਿਹੜੀ ਮੈਨੇਜਮੈਂਟ ਕਮੇਟੀ ਉਹ ਭੱਜੀ ਆ, ਉਹ ਸਵਾਲ ਦੱਸੋ ਸਾਨੂੰ ਕੀ ਸਵਾਲ ਸੀ ਗੋਲਕ ਦਾ ਹਿਸਾਬ ਕਿਤਾਬ ਦਿਓ ਜੀ, ਜਿਹੜਾ 2.5 ਤੋਂ 3 ਕਿਲੋ ਸੋਨਾ ਦਿੱਤਾ ਸੰਗਤ ਨੇ ਗੁਰੂ ਘਰ ਦੇ ਲਈ, ਉਹਦਾ ਹਿਸਾਬ ਕਿਤਾਬ ਦਿਓ ਜੀ, ਤੇ ਜਿਹੜਾ ਕੈਸ਼ ਪਰਿਵਾਰਾਂ ਨੇ ਦਿੱਤਾ ਉਹਦਾ ਹਿਸਾਬ ਕਿਤਾਬ ਦਿਓ ਜੀ, ਤੇ ਜਿਹੜੀ ਬੈਂਕ ਸਟੇਟਮੈਂਟ ਆ ਸਾਨੂੰ ਉਹ ਦਿਓ ਜੀ, ਤੇ ਕਿੰਨਾ ਪੈਸਾ ਉਹਦਾ ਕਿੱਥੇ ਖਰਚ ਹੁੰਦਾ ਉਹ ਸਾਰਾ ਸਾਨੂੰ ਉਸ ਦਾ ਜਵਾਬ ਸਾਨੂੰ ਟਰੱਸਟ ਪਾਸ ਮਿਲਿਆ। ਮੰਗਦੇ ਸੀਗੇ। ਅਸੀਂ ਸਾਰੇ ਬੰਨੇ ਇਹਦੇ ਨਾਲ ਸੀਗੇ। ਅਸੀਂ ਕਦੀ ਵੀ ਪਿਛਲੇ 13 ਸਾਲਾਂ ਤੋਂ ਅਸੀਂ ਇਹਦੇ ਨਾਲ ਜੁੜੇ ਹਾਂ। 13 ਸਾਲਾਂ ਤੋਂ ਇਹ 'ਚ ਖੁਸ਼ਪ੍ਰੀਤ ਸਿੰਘ, ਭੈਣ ਜੀ ਸੁਖਮੀਨ ਕੌਰ ਔਰ ਅਸੀਂ ਸੀਗੇ। ਇਹ ਸਭ ਤੋਂ ਪਹਿਲਾਂ ਸੀਗੇ ਜਿਹੜੇ 5 ਅਸੀਂ ਜੁੜੇ ਆ। ਫਿਰ ਇਹਨਾਂ ਨੇ ਸਾਨੂੰ ਨਾਲ ਜੋੜ ਕੇ ਫਿਰ ਆਹ ਗੁਰਦੁਆਰਾ ਦਾ ਲੈ ਲਿਆ, ਔਰ ਮੁੜ ਕੇ ਇਸ ਗੁਰਦੁਆਰੇ ਗੁੱਡਵੈਲ ਇਹਨਾਂ ਨੂੰ ਪ੍ਰਾਪਰਟੀਆਂ ਚਾਹੀਦੀਆਂ ਸੀਗੀਆਂ ਕਿਉਂਕਿ ਤੋਂ ਲੋਨ ਨਹੀਂ ਪਾਸ ਹੋ ਰਿਹਾ ਸੀ। ਦਾਸ ਦੀਆਂ, ਮੇਰਾ ਨਾਮ ਅਵਤਾਰ ਸਿੰਘ ਆ, ਟਰਸਟੀ ਸੀ ਮੈਂ, ਉਹ ਸਾਡੀਆਂ 7 ਪ੍ਰਾਪਰਟੀਆਂ ਨੇ ਨਾਲ ਲਵਾਈਆਂ, 6 ਜਾਂ 7 ਪ੍ਰਾਪਰਟੀਆਂ ਸਾਡੀਆਂ ਇਸ ਗੁਰਦੁਆਰੇ ਘਰ ਦੇ ਨਾਲ ਲਵਾਈਆਂ ਕਿ ਤਾਂ ਕਿ ਲੋਨ ਪਾਸ ਹੋ ਜਾਵੇ। ਉਸ ਤੋਂ ਬਾਅਦ ਦਾਸ ਚੱਲਦਾ ਰਿਹਾ, ਪਰ ਜਦੋਂ ਹੁਣ ਪਹਿਲਾਂ ਤਾਂ ਦਾਸ ਨੂੰ ਦੱਸਿਆ ਹੀ ਨਹੀਂ ਗਿਆ। ਸਾਡੀ ਸਾਰੀ ਫੈਮਿਲੀ ਇੱਥੇ ਹੀ ਆ 14 ਸਾਲ ਤੋਂ ਹੀ, ਔਰ ਸਾਰੀ ਸੰਗਤ ਨੇ ਸਾਨੂੰ ਅਪਰੋਚ ਕੀਤੀ ਵੀ ਆਹ ਇੱਥੇ ਹੋ ਰਿਹਾ, ਸਾਨੂੰ ਹਿਸਾਬ ਦਿਓ, ਤੁਸੀਂ ਟਰਸਟੀ ਆ, ਸਾਨੂੰ ਦੱਸੋ। ਜਦੋਂ ਅਸੀਂ ਇਹਦੇ ਵੱਲ ਆਉਂਦੇ ਸੀਗੇ, ਅਸੀਂ 5 ਜਾਣੇ 4 ਜਾਣੇ, ਇਹ ਕਹਿੰਦਾ ਤੁਸੀਂ ਉਹਨਾਂ ਦੀ ਗੱਲ ਕਰਦੇ ਆ। ਜਦੋਂ ਉਹਨਾਂ ਨਾਲ ਜਾਂਦੇ ਕਹਿੰਦੇ ਤੁਸੀਂ ਗੁਰਿੰਦਰ ਸਿੰਘ ਸਾਡੇ ਤੋਂ ਗੱਲ ਲੈ ਕੇ ਆਉਣੀ। ਅਸੀਂ ਕਿਹਾ ਕਿਸੇ ਦੀ ਗੱਲ ਨਹੀਂ ਕਰਦੇ, ਸੰਗਤ ਦੀ ਗੱਲ ਕਰਦੇ, ਗੁਰੂ ਦੀ ਗੱਲ ਕਰਦੇ ਆ। ਅਸੀਂ ਕਿਹਾ ਭਾਈ ਸਾਹਿਬ ਲਾਸਟ ਸੰਡੇ ਨੂੰ ਸਾਡੀ ਮੀਟਿੰਗ ਹੋਈ ਇਹਦੇ ਨਾਲ 4 ਟਰਸਟੀਆਂ ਦੀ। ਅਸੀਂ ਕਿਹਾ ਭਾਈ ਸਾਹਿਬ ਤੁਸੀਂ ਉਹ ਜਿਹੜੇ ਸੰਗਤ ਮੰਗ ਰਹੀ ਆ ਉਹਨਾਂ ਨੂੰ ਹਿਸਾਬ ਦੇ ਦਿਓ, ਫਾਈਨੈਂਸ ਦੇ ਦਿਓ ਵੀ ਆਹ ਹਿਸਾਬ ਆ, ਆਹ ਪੈਸਾ ਆਇਆ, ਆਹ ਪੈਸਾ ਗਿਆ। ਕਹਿੰਦਾ ਮੈਂ ਨਹੀਂ ਹਿਸਾਬ ਦੇਣਾ। ਅਸੀਂ ਕਿਹਾ ਆਹ 'ਚ ਵੀ ਕੋਈ ਗੱਲ ਵੀ ਨਹੀਂ ਗੀ, ਇਹੀ ਸਾਡਾ ਮੁੱਦਾ ਇਹ ਕਿ ਕੋਈ ਗੱਲ ਹੀ ਨਹੀਂ ਕਿ ਤੁਸੀਂ ਕਹਿੰਦੇ ਹਿਸਾਬ ਨਹੀਂ ਦੇਣਾ, ਸੰਗਤ ਹਿਸਾਬ ਮੰਗਦੀ ਆ, ਤੁਸੀਂ ਉਹਨਾਂ ਨੂੰ ਹਿਸਾਬ ਦੇ ਦਿਓ। ਠੀਕ ਹੈ ਨਾ ਜੀ, ਹਿਸਾਬ ਮੰਗ ਰਿਹਾ, ਦੱਸ ਦਿਓ ਵੀ ਆਹ ਪੈਸਾ ਆਇਆ। ਕਹਿੰਦਾ ਇੱਦਾਂ ਗੁਰਦੁਆਰੇ ਨਹੀਂ ਚੱਲਦੇ ਹੁੰਦੇ। ਅਸੀਂ ਕਿਹਾ ਇੱਦਾਂ ਫਿਰ ਸੰਗਤ ਹੀ ਕਰ ਰਹੀ, ਵਿੱਚੋਂ ਹੀ ਸੰਗਤ ਆ ਜਿਹਨੇ ਪੈਸੇ ਦਿੱਤੇ ਆ, ਉਹ ਸਿਰਫ ਇਹ ਮੰਗ ਰਿਹਾ, ਕੁਛ ਨਹੀਂ ਹਿਸਾਬ ਮੰਗ ਰਿਹਾ। ਉਹ ਕਹਿ ਰਹੇ ਸਾਨੂੰ ਸਟੇਟਮੈਂਟ ਦੇ ਦਿਓ ਕਿੰਨੇ ਪੈਸੇ ਆਉਂਦੇ ਆ, ਕਿੱਥੇ ਖਰਚੇ ਕਰਦੇ ਆ। ਕਹਿੰਦਾ ਮੈਂ ਹਿਸਾਬ ਨਹੀਂ ਦੇਣਾ। ਆਹ ਦਾਸ ਨੂੰ ਕਰਕੇ ਦੂਜੇ ਦਿਨ ਆਹ ਮੇਰਾ ਕਸੂਰ ਆ, ਮੈਨੂੰ ਬਿਨਾਂ ਰੀਜ਼ਨ ਤੋਂ ਮੈਨੂੰ ਰੀਜ਼ਨ ਨਹੀਂ ਦੱਸਿਆ ਗਿਆ, ਔਰ ਇਹਨੇ ਮੈਨੂੰ ਈਮੇਲ ਵੀ ਕੀਤੀ। ਇਹ ਰਣਜੀਤ ਸਿੰਘ ਨੂੰ ਈਮੇਲ ਕਰਤੀ ਆ ਕਿ ਤੁਸੀਂ ਅਵਤਾਰ ਸਿੰਘ ਔਰ ਰਣਜੀਤ ਸਿੰਘ ਮੈਂ ਟਰਸਟੀ ਤੋਂ ਆਊਟ ਕਰਤੇ। ਇਹਦੇ 'ਚ ਮੈਂ ਕੀ ਗਲਤ ਕੀਤਾ, ਉਹ ਕੀ ਸਹੀ ਕੀਤਾ, ਇਹ ਆਪ ਜੀ ਸੰਗਤ ਜਾਣ ਰਹੀ ਜੀ। ਸੋ ਜਦੋਂ ਤੁਹਾਨੂੰ ਬਾਹਰ ਕੀਤਾ ਗਿਆ, ਤੁਹਾਨੂੰ ਨੋਟਿਸ ਮਿਲੇ, ਤੁਸੀਂ ਕੋਈ ਕੋਸ਼ਿਸ਼ ਕੀਤੀ ਕਿ ਇੰਟਰਨਲ ਅਫੇਅਰਸ ਦੇ ਨਾਲ ਕੋਆਰਡੀਨੇਟ ਕਰੀਏ ਪ੍ਰੋਪਰ ਤਰੀਕੇ ਦੇ ਨਾਲ ਇਸ ਚੀਜ਼ ਨੂੰ, ਕਿਉਂਕਿ ਇੱਥੇ ਅਸੀਂ ਜਿਹੜੇ ਦੇਸ਼ ਦੇ ਵਿੱਚ ਬੈਠੇ ਹਾਂ ਸਾਰੇ ਸਿਸਟਮ ਇਨ ਪਲੇਸ ਨੇ, ਤੁਸੀਂ ਟਰਾਈ ਕੀਤਾ ਕਿ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਅਪਰੋਚ ਕੀਤਾ ਜਾਏ ਕਿ ਸਾਨੂੰ ਬਿਨਾਂ ਕਾਰਨ ਦੱਸਿਆ ਬਾਹਰ ਕੀਤਾ ਗਿਆ, ਜਾਂ ਸਾਰੀਆਂ ਪਾਵਰਸ ਉਹਨਾਂ ਦੇ ਕੋਲ ਸੀ?
ਦੇਖੋ ਜੀ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਸਾਡੇ ਕੋਲ ਕੀ ਰਾਈਟਸ ਹੈਗੇ ਨੇ ਤੇ ਪਰ ਅਸੀਂ ਮੰਡੇ ਤੋਂ ਅਪਰੋਚ ਕਰਾਂਗੇ ਲੋਅਰ ਦੇ ਥਰੂ ਵੀ ਸਾਨੂੰ ਦੱਸਿਆ ਜਾਵੇ ਸਾਡਾ ਕਸੂਰ ਕੀ ਆ ਵੀ ਸਾਨੂੰ ਕਿਉਂ ਕੱਢਿਆ ਗਿਆ ਅਸੀਂ ਇਹ ਅਪਰੋਚ ਕਰਾਂਗੇ ਜੀ ਲੋਅਰ ਦੇ ਥਰੂ। ਤੇ ਅੱਛਾ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ 7 ਪ੍ਰਾਪਰਟੀਆਂ ਜਿਹੜੀਆਂ ਜਾਂ ਹੋਰ ਵੀ ਜਿਹੜੀ ਗੁਰਦੁਆਰਾ ਸਾਹਿਬ ਜਿਹੜੇ ਸੁਸ਼ੋਭਿਤ ਹੋਏ ਨੇ ਉਹ ਤੁਸੀਂ ਦਿੱਤੀਆਂ ਨੇ ਉਹਦੀ ਕੋਈ ਲਿਖਤ ਪੜ੍ਹਤ ਹੈ ਉਹਦੇ ਤੁਹਾਡਾ ਨਾਮ ਬੋਲਦਾ ਹਜੇ ਇਹਨਾਂ ਕੋਲ ਹੈਗਾ ਜੀ, ਅਸੀਂ ਤਾਂ ਸਾਈਨ ਕੀਤੇ ਆ ਜੀ ਮੇਰਾ ਪ੍ਰਾਪਰਟੀਆਂ ਦੇ ਜਿੱਦਾਂ ਸਾਈਨ ਕੀਤੇ Documents ਕਹਾ ਨਾਲ ਸਾਡੇ ਲੱਗੇ ਕੋਲ ਪ੍ਰਾਪਰਟੀਆਂ ਹੈਗੀਆਂ ਲੋਨ ਪਾਸ ਕਰਾਉਣ। ਠੀਕ ਹੈ ਹਾਂਜੀ ਤੇ ਉਹ ਹੁਣ ਉਹ ਜਿਹੜੀਆਂ ਸਾਰੇ ਇਹਨਾਂ ਕੋਲ ਪ੍ਰਾਪਰਟੀਆਂ proof ਹੈਗੇ ਆ। ਜਿਹੜੀਆਂ ਹੁਣ ਪ੍ਰਾਪਰਟੀਆਂ ਗੁਰਦੁਆਰਾ ਸਾਹਿਬ ਦੇ ਨਾਮ ਹੈ ਨਹੀਂ ਜੀ ਗੁਰਦੁਆਰੇ ਨਾਂ ਨਹੀਂ ਸਿਰਫ ਲੋਨ ਪਾਸ ਕਰਾਉਣ। Loan pass ਕਰਾਉਣ। As a guarantee। ਐਜ਼ a guarantee। ਸਿੰਘ ਨੂੰ ਪਤਾ ਹਾਂਜੀ ਠੀਕ ਹੈ ਜੀ ਹਾਂਜੀ। ਤੇ ਬਾਕੀ ਅਸੀਂ ਇਹੀ ਬੇਨਤੀ ਕੀਤੀ ਸੀ ਕਿ ਆਹ ਤੁਸੀਂ ਹਿਸਾਬ ਦੇ ਦਿਓ ਆਹ ਕਰ ਦਿਓ ਉਸ ਤੋਂ ਬਾਅਦ ਇਹਨੇ ਕੱਢਤਾ ਔਰ ਉਹਦੇ ਸਾਨੀ ਅਸੀਂ ਤਾਂ ਇਹੀ ਸੋਚਦੇ ਰਹੇ ਕਿ ਅਸੀਂ ਵੀ ਬਰਾਬਰ ਦੇ ਹੈਗੇ ਟਰਸਟੀ ਸਾਨੂੰ ਪੁੱਛੂਗਾ ਪਰ ਉੱਤੇ ਸਾਫ਼-ਸਾਫ਼ ਲਿਖਿਆ ਕਿ ਜਦੋਂ ਮਰਜ਼ੀ ਅਸੀਂ ਇਹਨੂੰ ਕੱਢ ਸਕਦਾ ਮੈਂ ਗੁਰਿੰਦਰਪਾਲ ਔਰ ਜਦੋਂ ਮਰਜ਼ੀ ਬਿਨਾਂ ਰੀਜ਼ਨ ਦੱਸੇ ਮੈਂ ਕੱਢ ਸਕਦਾ। ਸੋ ਜਦੋਂ ਇਹ ਮੈਨੇਜਮੈਂਟ ਬਣੀ ਹੈ ਟਰਸਟ ਬਣੀ ਹੈ ਉਦੋਂ ਤੁਸੀਂ ਜਿਹੜੀ ਆ ਲਿਖਤ ਪੜ੍ਹ ਜਾਂ ਪੇਪਰ ਵਰਕ ਨਹੀਂ ਦੇਖਿਆ ਸੀ? ਨਹੀਂ ਜੀ ਅਸੀਂ ਕੁਝ ਨਹੀਂ ਦੇਖਿਆ ਸਾਈਨ ਨਹੀਂ ਕੀਤੇ ਸਾਨੂੰ ਅਸੀਂ ਬਹੁਤ ਫੇਸ ਬੜੀ ਪਲੈਨਿੰਗ ਦੇ ਨਾਲ ਸੰਗਤ ਦੇ ਹਿਸਾਬ ਨਾਲ ਕਿ ਅਸੀਂ ਸੰਗਤ ਨਾਲ ਜੁੜੇ ਆ ਅਸੀਂ ਗੁਰੂ ਸਾਹਿਬ ਲਈ ਕਰ ਰਹੇ ਹਾਂ ਸਾਰਾ ਕੁਝ। ਦਾਸ ਨੇ ਉਦੋਂ ਵੀ ਜਦੋਂ ਮੀਟਿੰਗ ਹੋਈ ਹੈ ਇਹੀ ਕਿਹਾ ਕਿ ਅਸੀਂ ਕਿਸੇ ਇੱਕ ਬੰਦੇ ਨਾਲ ਨਹੀਂ ਜੁੜੇ ਗੁਰੂ ਸੰਗਤ ਨਾਲ ਗੁਰੂ ਦੀ ਸੰਗਤ ਨਾਲ ਜੁੜੇ ਹਾਂ। ਸੋ ਵੈਸੇ ਜਦੋਂ ਵੀ ਜਿਹੜੀ ਟਰਸਟ ਬਣਦੀ ਹੈ ਉਹਨਾਂ ਦੀ ਜਿਹੜੀ ਏਜੀਐਮ ਹੁੰਦੀ ਆ ਜਾਂ ਉਹਨਾਂ ਦੀ ਫਿਰ ਜਿਹੜੀ ਆਡਿਟ ਹੁੰਦੀ ਆ ਸੋ ਜਦੋਂ ਤੋਂ ਗੁਰਦੁਆਰਾ ਸਾਹਿਬ ਬਣੇ ਆ ਇਹ ਕਦੇ ਵੀ ਆਡਿਟ ਨਹੀਂ ਹੋਈ ਕਦੇ ਵੀ ਫਾਈਨੈਂਸ ਕਿੰਨਾ ਚਿਰ ਹੋ ਗਿਆ ਗੁਰਦੁਆਰਾ ਸਾਹਿਬ ਬਣੇ ਨੂੰ? ਜਦੋਂ ਦੇ ਅਸੀਂ ਨਾਲ ਆ ਅੱਜ ਤੱਕ ਕੋਈ ਵੀ ਮਿੰਟਸ ਨਹੀਂ ਲਿਖੇ ਗਏ ਕੋਈ ਵੀ ਸਾਨੂੰ ਦੱਸਿਆ ਨਹੀਂ ਗਿਆ ਕੀ ਆ ਰਿਹਾ ਕੀ ਗਿਆ ਬਸ ਇਹੀ ਕਹਿ ਰਿਹਾ ਕਿ ਪੈਸਾ ਲੈ ਆਓ ਪੈਸਾ ਲੈ ਆਓ ਪੈਸਾ ਲੈ ਆਓ ਤੇ ਇਸ ਤੋਂ ਬਾਅਦ ਅੱਜ ਤੱਕ ਕਿਤੇ ਵੀ ਇਹਨੇ ਮਿੰਟਸ ਨਹੀਂ ਪੜ੍ਹੇ ਨਾ ਸਾਨੂੰ ਦੱਸਿਆ ਗਿਆ। ਤੇ ਜਦੋਂ ਤੁਹਾਡੇ ਸਾਈਨ ਵਗੈਰਾ ਕਰਵਾਏ ਜਾਂਦੇ ਸੀ ਕੋਈ ਵੀ ਚੀਜ਼ ਪਾਸ ਹੁੰਦੀ ਸੀ ਤੇ ਤੁਸੀਂ ਉਦੋਂ ਬਿਨਾਂ ਆਪਣੇ ਸਾਈਨ ਕਰਦੇ? ਨਹੀਂ ਦੇਖੋ ਇਹ ਕੀ ਹੋਇਆ ਜਦੋਂ ਇਹ ਟਰਸਟ ਬਣੀ 2015 ਦੇ ਵਿੱਚ ਜੀ ਸਾਨੂੰ ਜੀਪੀ ਦੇ ਕੋਲ ਸੱਦਿਆ ਜਾਂਦਾ ਜੀ ਅੱਛਾ ਜੀ। ਸਾਰੀ ਡੀਟ ਤਿਆਰ ਹੈ ਜੀ ਉੱਥੇ ਸਿਰਫ ਸਾਈਨ ਹੀ ਕਰਾਏ ਜਾਂਦੇ ਆ। ਬੜੇ ਪਲੈਨਿੰਗ ਦੇ ਨਾਲ ਸਾਨੂੰ ਅਸੀਂ ਵਿਸ਼ਵਾਸ ਸੀ ਕਿਉਂਕਿ ਇਹਦੇ ਨਾਲ ਜੀ। ਪ੍ਰਚਾਰ ਤੇ ਜਾਂਦੇ ਹੁੰਦੇ ਸੀ ਜਿਹੜੇ ਸਟੂਡੈਂਟ ਵੀਰ ਆ ਜਾਂ ਯੰਗ ਵੀਰ ਆ ਉਹਨਾਂ ਨੂੰ ਜਾ ਕੇ ਨਸ਼ਿਆਂ ਤੋਂ ਛਡਾਉਣਾ ਚੰਗੇ ਕੰਮ ਉਹ ਚੰਗੀਆਂ ਚੀਜ਼ਾਂ ਦੇਖ ਕੇ ਅਸੀਂ ਵਿਸ਼ਵਾਸ ਕੀਤਾ ਜੀ ਤੇ ਸਾਡੇ ਵਿਸ਼ਵਾਸ ਅਸੀਂ ਜਦੋਂ ਫੇ ਆ ਜਿਹੜੇ ਘਪਲੇ ਸਾਹਮਣੇ ਆਏ ਤੇ ਫਿਰ ਉਹ ਅਸੀਂ ਹੁਣ ਟਰਸਟ ਡੀਟ ਸਾਹਮਣੇ ਲੈ ਕੇ ਆਂਦੀ ਤੇ ਪੜ੍ਹੀ ਤੇ ਅਸੀਂ ਸਰਪ੍ਰਾਈਜ਼ ਸੀ ਕਿ ਉਹਦੇ ਵਿੱਚ ਸਾਨੂੰ ਇਹਨੇ ਕਿੰਨਾ ਲਾਈਕ ਇਹਦੇ ਅੰਦਰ ਕੀ ਆ ਮਹਿਲ ਕਿੰਨੀ ਆ ਵੀ ਲਾਈਕ ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਕਿ ਆਈ ਕੈਨ ਰਿਮੂਵ ਐਨੀ ਟਰਸਟੀ ਵਿਦਆਊਟ ਰੀਜ਼ਨ ਐਨੀ ਟਾਈਮ ਹੈ ਨਾ। ਸੋ ਮੈਨੂੰ ਲੱਗਦਾ ਜਦੋਂ ਅਸੀਂ ਕਿਸੇ ਵੀ ਧਾਰਮਿਕ ਸਥਾਨ ਨਾਲ ਜੁੜਦੇ ਹਾਂ ਤੇ ਬਹੁਤ ਜ਼ਿਆਦਾ ਆਸਥਾ ਸਾਡੀ ਜੁੜੀ ਹੁੰਦੀ ਹੈ। ਸੋ ਇਸ ਕੇਸ ਦੇ ਵਿੱਚ ਇਸ ਤਰ੍ਹਾਂ ਦਾ ਸਾਨੂੰ ਕੁਝ ਕਾਫੀ ਦੇਖਣ ਨੂੰ ਮਿਲ ਰਿਹਾ। ਜਿਹੜੇ ਤੁਹਾਡੇ ਸਵਾਲ ਨੇ ਇਹਨਾਂ ਦੇ ਵਿੱਚ ਕਾਫੀ ਕੁਝ ਚੀਜ਼ਾਂ ਜਿਹੜੀਆਂ ਮੈਂਸ਼ਨ ਕੀਤੀਆਂ ਨੇ ਜਿਵੇਂ ਗੱਦੀ ਲਾਉਂਦੇ ਨੇ ਜਾਂ ਕੁਝ ਸੋ ਉਹਨਾਂ ਨੂੰ ਸਾਡੀ ਟੀਮ ਨੇ ਜਦੋਂ ਅਪਰੋਚ ਕੀਤੀ ਉਹਨਾਂ ਨੇ ਕਿਹਾ ਜੀ ਮੇਰਾ ਸਪਸ਼ਟੀਕਰਨ ਜਿਹੜਾ ਮੈਂ ਫੇਸਬੁੱਕ ਪੇਜ ਤੇ ਪਾ ਦਿੱਤਾ ਹੈ ਤੇ ਮੈਂ ਕੋਈ ਸਪਸ਼ਟੀਕਰਨ ਦੇਣਾ ਨਹੀਂ ਮੀਡੀਆ ਦੇ ਵਿੱਚ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਇਹ ਤੁਸੀਂ ਕਦੋਂ ਤੋਂ ਨੋਟਿਸ ਕਰਨੀਆਂ ਸ਼ੁਰੂ ਕੀਤੀਆਂ ਜਾਂ ਸ਼ੁਰੂ ਤੋਂ ਹੀ ਇਦਾਂ ਚੱਲ ਰਿਹਾ ਸੀ? ਦੇਖੋ ਜੀ ਸ਼ੁਰੂ ਤੋਂ ਸਹੀ ਸੀਗਾ। ਅੱਛਾ ਜੀ। ਇਹ ਮਾਤਾ ਗੁਜਰੀ ਜੀ ਤੋਂ ਸ਼ੁਰੂ ਹੋਇਆ ਜੀ ਇਹਨਾਂ ਨੇ ਮਾਤਾ ਗੁਜਰੀ ਜੀ ਦੀ ਕਥਾ ਕੀਤੀ ਸੀਗੀ ਅੱਛਾ ਜੀ। ਤੇ ਉੱਥੇ ਅਸੀਂ ਫੇਰ ਇਹਦਾ ਵਿਰੋਧ ਕੀਤਾ ਸੀ ਆਹ ਸਿੰਘ ਵੀ ਉਹਦਾ ਪਾਰਟ ਸੀਗਾ ਵੀ ਇਹਨਾਂ ਨੇ ਛੋਟੇ ਸਾਹਿਬਜ਼ਾਦੇ ਦਾ ਸ਼ਹੀਦੀ ਦਿਹਾੜਾ ਸੀਗਾ ਜੀ। ਇਹਨਾਂ ਨੇ ਇੱਕ ਕਥਾ ਕੀਤੀ ਦੂਨਾ ਸਿੰਘ ਹਠੂਰੀਆ ਦੇ ਗ੍ਰੰਥ ਨੇ ਜੋ ਕਿ ਵੀ ਜੇ ਆਪਾਂ ਦੇਖੀਏ ਤਾਂ ਤੇ ਸ਼ਰਿਆਮ ਇਦਾਂ ਲੱਗਦਾ ਵੀ ਮਾਤਾ ਜੀ ਝੂਠ ਬੋਲ ਰਹੇ ਨੇ ਤਾਂ ਜਾਂ ਮਾਤਾ ਜੀ ਨੇ ਹੀਰਾ ਚ ਆਤਮ ਹੱਤਿਆ ਕੀਤੀ ਆ ਤੇ ਅਸੀਂ ਇਹਨਾਂ ਵਿਚਾਰ ਕੀਤੀ ਵੀ ਤੁਸੀਂ ਆ ਸਾਰੀ ਸੰਗਤ ਹੈ ਇਹ ਗੁਰੂ ਦੇ ਪਿਆਰ ਵਾਲੀ ਆ ਤੁਸੀਂ ਇਹ ਕਥਾ ਕਿੱਦਾਂ ਕਰਦੀ ਬਿਨਾ ਪੜੇ ਜਾਂ ਸੰਗਤ ਤੋਂ ਬਿਨਾ ਸਮਝੇ ਹਨਾ ਸੰਗਤ ਨਾਲ ਵਿਚਾਰ ਕਰਦੇ ਸੰਗਤ ਜੀ ਆਹ ਗ੍ਰੰਥ ਆਪਾਂ ਨੂੰ ਨਵਾਂ ਲੱਭਾ ਆਪਾਂ ਇੱਥੇ ਵਿਚਾਰ ਕਰਕੇ ਫਿਰ ਆਪਾਂ ਕਥਾ ਕਰਾਂਗੇ ਹਨਾ। ਇਹਨਾਂ ਨੇ ਕੁਛ ਨਹੀਂ ਕੀਤਾ ਜਦੋਂ ਅਸੀਂ ਕਥਾ ਸੁਣੀ ਤੁਹਾਨੂੰ ਬਹੁਤ ਦੁੱਖ ਹੋਇਆ ਜੀ ਮਾਤਾ ਜੀ ਇਦਾਂ ਥੋੜੀ ਕਰ ਸਕਦੇ ਆ ਤੇ ਮਾਤਾ ਗੁਜਰੀ ਜੀ ਤੇ ਅਸੀਂ ਇਹਦੇ ਨਾਲ ਵਿਚਾਰ ਕਰਨ ਲਈ ਬੈਠੇ। ਇੱਥੇ ਇੱਕ ਗਿਆਨੀ ਗੁਰਲਾਲ ਸਿੰਘ ਜੀ ਆਏ ਸੀਗੇ ਉਹ ਵੀ ਵਿੱਚ ਬੋਲ ਸਕਦੇ ਨੇ ਉਹਨਾਂ ਨੂੰ ਕਾਫੀ ਪਤਾ ਕਿਉਂਕਿ ਉਹਨਾਂ ਨੇ ਗ੍ਰੰਥਾਂ ਦੀ ਪੜਚੋਲ ਕੀਤੀ ਆ ਤੇ ਅਸੀਂ ਇੱਥੇ ਪਿੱਛੇ ਆ ਕੇ ਬੈਠੇ ਤੇ ਇਹ ਪਹਿਲਾਂ ਤਾਂ ਸਾਡੇ ਤੇ ਆ ਕੇ ਬਹੁਤ ਔਖਾ ਆ ਵੀ ਤੁਸੀਂ ਪਹਿਲੇ ਬੰਦੇ ਆ ਵੀ ਜੇ ਸੰਗਤ ਮੈਨੂੰ ਸਵਾਲ ਕੀਤਾ ਅਸੀਂ ਤੁਹਾਡਾ ਸਵਾਲ ਗਲਤ ਹੈ ਅਸੀਂ ਤੁਸੀਂ ਜੋ ਕਥਾ ਕੀਤੀ ਗਲਤ ਕੀਤੀ ਆ ਤੇ ਇਹਨਾਂ ਨੂੰ ਕਹਿੰਦਾ ਵੀ ਤੁਹਾਡੇ ਤੇ ਜਮੀ ਤੁਸੀਂ ਇਹਦੇ ਪਿੱਛੇ ਲੱਗ ਗਏ ਮੇਰੇ ਵੱਲੋਂ ਕਹਿੰਦੇ ਵੀ ਤੁਸੀਂ ਇਹਦੇ ਪਿੱਛੇ ਲੱਗ ਕੇ ਆਏ ਆ ਇਦਾਂ ਕੀਤਾ ਹਨਾ ਜੀ। ਤਾਂ ਅਸੀਂ ਫਿਰ ਜਦੋਂ ਕਥਾ ਕਰਦੇ ਅਸੀਂ ਕਿਹਾ ਵੀ ਦੇਖੋ ਤੁਸੀਂ ਕਥਾ ਕੀਤੀ ਆ ਤੁਸੀਂ ਮੰਨ ਲਓ ਗਲਤ ਕਰਦੀ ਆ ਤੇ ਕਹਿੰਦਾ ਵੀ ਫਿਰ ਗੁਰੂ ਸਾਹਿਬ ਜੀ ਦੀ ਬਾਣੀ ਦੇ ਅਰਥ ਗਲਤ ਕਰ ਗਿਆ ਜੀ ਆਪਣੀ ਇੱਕ ਗਲਤੀ ਲੁਕਾਉਣ ਲਈ ਹਾਲ ਮੁਰੀਦਾਂ ਦਾ ਸ਼ਬਦ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ
ਤੇ ਕਹਿੰਦਾ ਉੱਚ ਤੇ ਵਾਹਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੇ ਤਾਨੇ ਮਾਰੇ ਆ। ਅਸੀਂ ਦੱਸੋ ਕਿੱਦਾਂ ਤਾਨੇ ਮਾਰੇ ਆ? ਉੱਚ ਤੇ ਮਾਰੇ, ਇੰਨੀ ਬੇਨਤੀ ਪਿਆਰ ਰੂਪ ਕਰ ਰਹੇ, ਤੁਸੀਂ ਕਹਿੰਦੇ ਤਾਨੇ ਮਾਰ ਰਹੇ ਆ। ਕੋਈ ਗੱਲ ਨਹੀਂ ਕੀਤੀ ਜੀ। ਉੱਥੋਂ ਫਿਰ ਮੈਂ ਚੱਲ ਗਿਆ ਵਾਪਸ ਉੱਠ ਕੇ ਵੀ ਇਹ ਬੰਦੇ ਨਾਲ ਤਾਂ ਕੋਈ ਵਿਚਾਰ ਕਰਨ ਦਾ ਫਾਇਦਾ ਹੀ ਨਹੀਂ। ਤੇ ਬਾਕੀ ਸਾਰੇ ਸਿੰਘਾਂ ਨੂੰ ਕਹਿੰਦਾ ਜੀ ਆਏ ਇਹ ਵਿਚਾਰ ਕਰਨ ਰੂਕ ਕੇ ਭੱਜ ਗਏ। ਤੇ ਇੰਨਾ ਸਿੰਘਾਂ ਨੂੰ ਝੂਠ ਬੋਲਦਾ ਇਹ ਬੰਦਾ, ਐਡਾ ਝੂਠਾ ਹੀ ਕੋਈ ਹਿਸਾਬ ਹੀ ਨਹੀਂ। ਤੇ ਫਿਰ ਇਹਨੇ ਅੰਮ੍ਰਿਤ ਸੰਚਾਰ ਦੀ ਜਿਹੜੀ ਮਰਿਆਦਾ ਸੀਗੀ ਉਹਨੂੰ ਇਹਨੇ ਚੈਲੰਜ ਕੀਤਾ ਜੀ। ਕਿਤੇ ਵੀ ਆਪਾਂ ਅੰਮ੍ਰਿਤ ਸੰਚਾਰ ਦੀ ਮਰਿਆਦਾ ਜਿਹੜੀ ਪੜ੍ਹਦੇ ਆ ਜੀ, ਜਿੱਥੇ ਵੀ ਆਪਣੇ ਧਰਮ ਚ ਆਉਂਦੀ ਆ, ਉਹ ਇਦਾਂ ਵਾ ਵੀ ਬਾਟਾ ਸੰਗਤ ਦੇ ਸਾਹਮਣੇ ਤਿਆਰ ਹੋਣਾ ਚਾਹੀਦਾ ਜੀ। ਤੇ ਇਹ ਬੰਦੇ ਨੇ ਬਿਨਾਂ ਸੰਗਤ ਦੇ ਬਾਟਾ ਤਿਆਰ ਕੀਤਾ। ਜਦੋਂ ਇਹਦੇ ਚੇਲਿਆਂ ਨੂੰ ਪੁੱਛਿਆ ਵੀ ਤੁਸੀਂ ਇਦਾਂ ਕਿੱਦਾਂ ਕਰਤਾ, ਕਹਿੰਦੇ ਜੀ ਪੰਜਾਂ ਪਿਆਰਿਆਂ ਨੇ ਸਹਿਮਤੀ ਕੀਤੀ ਸੀ ਆਪਸ ਚ। ਮੈਂ ਉਹਨੂੰ ਕਿਹਾ ਵੀ ਪੰਜ ਪਿਆਰੇ ਵੱਡੇ ਕਿ ਗੁਰਮਰਿਆਦਾ ਵੱਡੀ ਆ, ਤੁਸੀਂ ਇਦਾਂ ਕਿੱਦਾਂ ਕਰਤਾ? ਇਹ ਸਭ ਬੰਟੀ ਕਰਾਉਂਦਾ ਜੀ। ਇਹ ਸਾਰਾ ਹੁਣ ਜਿੱਦਾਂ ਆਪਣੇ ਚੇਲੇ ਬਾਰਡਰ ਇਹਨੂੰ ਕਹਿੰਦਾ ਉਹ ਅੱਗੇ ਕਰ ਦਿੰਦੇ ਆ ਤੇ ਗੁਰਮਰਿਆਦਾ ਕਹਿ ਕੇ ਕਰ ਦਿੰਦੇ ਸਾਰਿਆਂ ਨੂੰ। ਇਹ ਸਾਰੇ ਸਿੱਖ ਭੋਲੇ ਇਹਨਾਂ ਨੂੰ ਨਹੀਂ ਪਤਾ। ਸਾਰੇ ਅੰਨਾ ਵਿਸ਼ਵਾਸ ਕੀਤਾ ਵੀ ਗੁਰੂ ਜੀ ਦੇ ਨਾਲ ਜੋੜਦੇ ਆ ਇਹ ਬੰਦੇ। ਤੇ ਇਹ ਦੇਖ ਲਓ ਜੀ, ਇਹ ਕੰਮ ਕਰਦਾ ਵੀ ਇਹਨੇ ਅੰਮ੍ਰਿਤ ਸੰਚਾਰ ਦੀ ਜਿਹੜੀ ਪਤਾ ਵੀ ਫਸ ਜਾਣਾ ਸੀ। ਸਾਡੇ ਕੋਲ ਕੋਈ ਸਵਾਲ ਨਹੀਂ ਹੈਗਾ, ਫਿਰ ਵੀ ਇਹਨੇ ਉਹ ਮਰਿਆਦਾ ਨੂੰ ਭੰਗ ਕੀਤਾ ਜੀ। ਬਾਕੀ ਇਹ ਸਿੰਘ ਸਾਰੇ ਇੱਥੇ ਨੇ, ਇਹਨਾਂ ਨੂੰ ਜ਼ਿਆਦਾ ਪਤਾ। ਅੱਛਾ, ਜਿਹੜੇ ਮੈਂ ਸਵਾਲ ਦੇਖ ਰਿਹਾ ਜੀ, ਲਿਖਿਆ ਹੋਇਆ ਕਿ ਸਾਹਿਬਧਾਰੀ ਨੂੰ ਬਾਣੀ ਪੜਨ ਜਾਂ ਸੇਵਾ ਕਰਨ ਤੋਂ ਮਨਾਹੀ ਹੈ। ਹਾਂਜੀ। ਕੀ ਵਾਕਈ ਮਨਾਹੀ ਹੈ? ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸਾਹਿਬਧਾਰੀ ਆ ਉਹ ਬਾਣੀ ਨਹੀਂ ਪੜ ਸਕਦੇ ਆ ਕੇ, ਜਾਂ ਸੇਵਾ ਨਹੀਂ ਕਰ ਸਕਦੇ? ਪਟਿਆਲੇ ਵਾਲੇ ਬੱਬਾ ਜੀ ਇੱਥੇ ਲੰਗਰ ਨਹੀਂ ਵਰਤਾ ਸਕਦੇ ਹੋ। ਇੱਕ ਵਾਰ ਕੀ ਹੋਇਆ, ਦੋ ਸਿੰਘ ਵਿਚਾਰੇ ਸਹਿਜਧਾਰੀ ਸੀ, ਉਹ ਲੰਗਰ ਵਰਤਾਉਣ ਆਏ। ਇਹਨਾਂ ਨੇ ਲੰਗਰ ਡੋਲਤਾ ਉਹਨਾਂ ਦੇ ਹੱਥ ਵੀ, ਉਹਨਾਂ ਦੇ ਹੱਥ ਲੱਗ ਗਏ ਆ। ਇਹੋ ਜਿਹੇ ਬੰਦੇ ਆ ਇਹ ਗੁਰੂ ਘਰ ਸਾਰਿਆਂ ਦਾ ਸਾਂਝਾ, ਭਾਵੇਂ ਉਹ ਚ ਸਹਿਜਧਾਰੀ ਆਵੇ, ਭਾਵੇਂ ਗੁਰੂ ਕਾ ਸਿੰਘ ਆਵੇ, ਭਾਵੇਂ ਅੰਮ੍ਰਿਤਧਾਰੀ ਆਵੇ, ਹਨਾ। ਗੁਰੂ ਦਾ ਘਰ ਚ ਕੋਈ ਮਾਰੇ ਥੋੜੀ ਬਹਿੰਦੇ ਆ ਵੀ ਤੁਸੀਂ ਸਹਿਜਧਾਰੀਆਂ ਵੀ ਤੁਹਾਡੇ ਨਾਲ ਮੈਂ ਵੱਖਰਾ ਪਿਆਰ ਕਰਨਾ। ਇਹ ਬੰਦਿਆਂ ਨੇ ਇਹੋ ਜਿਹੀ ਮਰਿਆਦਾ ਚਲਾਈ, ਉਹਨਾਂ ਨੇ ਹੱਥ ਲਾਤਾ ਵੀ ਨਹੀਂ ਇਹ ਚੀਜ਼ ਭ੍ਰਸ਼ਟ ਹੋ ਗਈ ਆ, ਇਹਨੂੰ ਡੋਲ ਦਿਓ, ਵਰਤਾਉਣੀ ਨਹੀਂ ਤੁਸੀਂ। ਇਹੋ ਜਿਹੇ ਕੰਮ ਕਰਦੇ ਇਹ ਬੰਦੇ ਜੀ। ਸਿੱਖ ਰੂਪ 'ਚ ਬਹਿਰੂਪੀ ਹੈ ਜੀ ਇਹ। ਅੱਛਾ, ਤੇ ਤੁਸੀਂ ਹੁਣ ਕੋਈ ਲੀਗਲ ਹੈਲਪ ਲੈ ਰਹੇ ਹੋ ਜਾਂ ਕਿਸੇ ਕਿਉਂਕਿ ਨਿਊਜ਼ੀਲੈਂਡ ਜਿਹੜਾ ਮੁਲਕ ਹੈ, ਇੱਥੇ ਆਪਾਂ ਸਿਰਫ ਰੋਜ਼ ਮੁਜ਼ਾਹਰਿਆਂ ਦੇ ਨਾਲ ਆਪਾਂ ਨਹੀਂ ਕਿਸੇ ਦਾ ਐਕਸ਼ਨ ਲੈ ਸਕਦੇਗੇ, ਪਰ ਉਹ ਲੀਗਲ ਹੈਲਪ ਤਾਂ ਲੈਣੀ ਪੈਣੀ ਹੈ। ਸੋ ਅੱਗੇ ਜਿਹੜੀ ਸੰਗਤ ਹੈ, ਇਹ ਲੀਗਲ ਕੋਈ ਹੈਲਪ ਲੈ ਰਹੀ ਹੈ ਜਾਂ ਤੁਸੀਂ ਕਿਸੇ ਨੂੰ ਅਪਰੋਚ ਕੀਤਾ ਲਾਇਰ ਨੂੰ ਵੀ ਤਰਤੀਬ ਜਿਹੜੀ ਹੈ ਤਰਤੀਬ ਜਿਹੜੀ ਤਰੀਕੇ ਦੇ ਨਾਲ, ਕਿਉਂਕਿ ਤੁਸੀਂ ਟਰਸਟੀ ਹੋ, ਜੇ ਤੁਹਾਨੂੰ ਬਾਹਰ ਕੀਤਾ ਗਿਆ ਉਹਨਾਂ ਕੋਲ ਪੇਪਰ ਵਰਕ ਹੈਗਾ ਜਿਸ 'ਚ ਲਿਖਿਆ ਹੋਇਆ ਕਿ ਉਹ ਜਦੋਂ ਮਰਜ਼ੀ ਬਾਹਰ ਕਰ ਸਕਦੇ ਹੋ। ਸੋ ਉਹਨਾਂ ਨੇ ਆਪਣੇ ਆਪ ਨੂੰ ਪੇਪਰ ਵਰਕ ਦਿਖਾ ਕੇ ਸੇਵ ਕਰ ਲੈਣਾ। ਸੋ ਤੁਸੀਂ ਕੋਈ ਲੀਗਲ ਜਿਹੜਾ ਪੱਖ ਨੂੰ ਸਾਹਮਣੇ ਲੈ ਕੇ ਆ ਰਹੇ ਹੋ, ਕਿਸੇ ਲਾਇਰ ਨਾਲ ਗੱਲਬਾਤ ਕਰ ਰਹੇ ਹੋ, ਜਾਂ ਫਿਰ ਕਿਸ ਤਰੀਕੇ ਨਾਲ ਇਹਨੂੰ ਸਾਰੇ ਨੂੰ ਹੈਂਡਲ ਕਰੋਗੇ? ਇਹ ਤਾਂ ਮੇਨ ਕੋਲ ਆਪ ਤਖਤ ਸਾਹਿਬ ਜਥੇਦਾਰ ਨੂੰ ਬੇਨਤੀ ਹੈ ਸਾਡੀ, ਉਹ ਇੱਥੋਂ ਦੇ ਜਿੰਨੀਆਂ ਸੰਸਥਾਵਾਂ ਆ ਉਹਨਾਂ ਨੂੰ ਬੇਨਤੀ ਲਾਉਣ ਵੀ ਇਹ ਗੁਰਸਿੱਖਾਂ ਦੀ ਪੀੜਤਾ ਨੂੰ ਸਮਝਿਆ ਜਾਵੇ, ਜਿਹੜਾ ਧੱਕਾ ਹੋਇਆ ਆ, ਤੇ ਉਹਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ, ਸਾਡੇ ਨਾਲ ਸਾਨੂੰ ਇਨਸਾਫ ਮਿਲੇ। ਤੇ ਅਸੀਂ ਮੰਡੇ ਤੋਂ ਲੀਗਲ ਐਡਵਾਈਸ ਵੀ ਲਵਾਂਗੇ। ਤੇ ਬਾਕੀ ਵੀ ਇੱਥੋਂ ਦੇ ਗੁਰੂ ਘਰ ਜਿੰਨੇ ਆ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਜੀ ਸਾਨੂੰ ਇਨਸਾਫ ਦਿਵਾਉਣ ਦੇ ਵਿੱਚ ਸਾਡਾ ਸਾਥ ਦੇਣ। ਤੇ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਗੁਰਬਾਣੀ ਪੜ੍ਹਨ ਤੋਂ ਰੋਕਿਆ ਗਿਆ, ਆਹ ਸਾਡੇ ਵੀਰ ਨੇ ਇਹਨਾਂ ਨੇ ਗੁਰੂ ਘਰ ਦੇ ਲਈ $1,00,000 ਵੀ ਦਿੱਤਾ ਆ। ਇਹਨਾਂ ਨੂੰ ਗੁਰਬਾਣੀ ਪੜ੍ਹਨ ਤੋਂ ਰੋਕਿਆ ਵੀ ਗਿਆ, ਤੇ ਇਹਨਾਂ ਦੇ ਪੈਸੇ ਜਿਹੜੇ ਸੀਗੇ ਉਹ ਆਪ ਹੀ ਦੱਸ ਦਿੰਦੇ, ਕਲੀਅਰ ਕਰ ਦਿੰਦੇ ਕੀ ਇਹਨਾਂ ਨਾਲ। ਜੀ ਬਿਲਕੁਲ, ਜਿੱਦਾਂ ਕਿ ਕਿਹਾ ਕਿ ਗੁਰਬਾਣੀ ਪੜ੍ਹਨ ਤੋਂ ਰੋਕਿਆ ਗਿਆ, ਸੇਵਾ ਕਰਨ ਤੋਂ ਰੋਕਿਆ ਜਾਂਦਾ ਗੁਰਦੁਆਰੇ 'ਚ। ਗੁਰਦੁਆਰੇ ਵਿੱਚ ਸਾਨੂੰ ਕਹਿੰਦੇ ਆ ਕਿ ਪਾਠ ਰਖਾ ਲਓ ਜੀ, ਪਾਠ ਦੇ ਪੈਸੇ ਦੇ ਦਿਓ। ਸਾਡੇ ਪੈਸੇ ਨੂੰ ਕੋਈ ਚੱਕਰ ਨਹੀਂ ਹੈ, ਸਾਡਾ ਪੈਸਾ ਹੈਗਾ ਪਵਿੱਤਰ ਤੇ ਅਸੀਂ ਹੈਗੇ ਅਪਵਿੱਤਰ, ਹੈ ਨਾ। ਮੈਨੂੰ ਇਹਨੇ ਕਿਹਾ ਪਾਠ ਨਹੀਂ ਕਰਨ ਦੇਣਾ। ਮੈਂ ਉਸ ਵੇਲੇ ਪਾਠ ਇਸ ਤਰ੍ਹਾਂ ਸੀਗਾ ਕਿ ਮੇਰੀ ਭੈਣ ਦੀ ਆਲਮੋਸਟ ਡੈਥ ਬੈੱਡ ਤੇ ਪਈ ਹੋਈ ਸੀ, ਤੇ ਮੈਂ ਉਹਦੇ ਵਾਸਤੇ ਕੀਤਾ ਸੀ ਵੀ ਹਾਂ ਉਹਨੂੰ ਵਾਹਿਗੁਰੂ ਕਿਰਪਾ ਕਰੇ, ਉਹਦੇ ਤੇ ਛੱਡ ਦੇਵੇ, ਉਹਦੀ ਜਾਨ, ਹੈ ਨਾ, ਨਿਕਲ ਜਾਵੇ। ਤਾਂ ਉਸ ਨੂੰ ਇਹਦਾ ਫਾਇਦਾ ਉਠਾਉਂਦੇ ਹੋਏ ਇਹਨਾਂ ਨੇ ਕਿਹਾ ਜੀ, ਕਹਿੰਦੇ ਤੁਸੀਂ ਆਪ ਨਹੀਂ ਪਾਠ ਕਰ ਸਕਦੇ। ਮੈਂ ਕਿਹਾ ਬਾਕੀ ਜਗ੍ਹਾ ਤੇ ਮੈਂ ਸਾਰੀ ਜਗ੍ਹਾ ਤੇ ਰੋਲ ਲਾਉਂਦਾ ਰਿਹਾ, ਕੋਲਮਾਰ ਗੁਰਦੁਆਰੇ ਲਾਉਂਦਾ ਰਿਹਾ, ਮੈਂ ਪਟਿਆਲੇ ਆਪਣੇ ਘਰ ਲਾਉਂਦਾ ਰਿਹਾ। ਸਾਡੇ ਘਰ ਗੁਰੂ ਘਰ ਹੈਗੇ, ਹੈ ਨਾ, ਗੁਰੂ ਸਾਹਿਬ ਹੈਗੇ, ਹੈ ਨਾ, ਮਹਾਰਾਜ ਦੀ ਸਾਰੇ ਅਸੀਂ ਕਾਰਿਆ ਆਪ ਕਰਦੇ ਹਾਂ। ਮੈਂ ਉਸ ਨੂੰ ਇਹ ਜਿੱਦ ਕਰਕੇ ਕਿਹਾ ਸੀ ਉਸ ਦਿਨ, ਮੈਂ ਕਿਹਾ ਸੁਖਪ੍ਰੀਤ ਸਿੰਘ ਤੂੰ ਮੈਨੂੰ ਅੱਜ ਨਾ ਕਰਵਾ ਰਿਹਾ ਨਾ, ਮੈਂ ਤੈਨੂੰ ਇੱਥੇ ਵਾਹਿਗੁਰੂ ਮਿਹਰ ਕਰੇ, ਬਾਬਾ ਮਿਹਰ ਕਰੇ, ਤੇ ਮੈਂ ਗੁਰੂ ਗ੍ਰੰਥ ਸਾਹਿਬ ਮੰਗਵਾਉਣਾ ਤੇ ਗੁਰੂ ਗ੍ਰੰਥ ਸਾਹਿਬ ਲੈਣਾ ਤਾਂ ਬੜੇ ਆਰਾਮ ਨਾਲ ਲੈ ਸਕਦੇ ਹੋ, ਜਿੱਥੋਂ ਮਰਜ਼ੀ ਲੈ ਸਕਦੇ, ਜਿਹੜੇ ਮਰਜ਼ੀ ਗੁਰੂ ਘਰ ਜਾ ਕੇ ਤੁਸੀਂ ਮੱਥਾ ਟੇਕ ਕੇ ਅਰਦਾਸ ਕਰਕੇ ਗੁਰੂ ਘਰ ਲੈ ਸਕਦੇ ਹੋ। ਮੈਂ ਕਿਹਾ ਬਾਬਾ ਮਿਹਰ ਤੇ ਮਿਹਰ ਕਰੇ ਤੇ ਮੈਂ ਆਪਣੀ ਸੇਵਾ ਆਪ ਕਰਾਂ, ਆਪ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਬਣਾਵਾਂ। ਮੈਂ ਉਹਦੇ ਵਾਸਤੇ ਆਪਣੇ ਘਰ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਪੇਜ ਵੀ ਆ ਗਏ ਮੇਰੇ ਕੋਲ, ਅੰਗ ਆ ਗਏ ਮੇਰੇ ਕੋਲ, ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਠੀਕ, ਮੈਂ ਇਹਨੂੰ ਲਿਖ ਕੇ ਇਹਨੂੰ ਇਹ ਨਕਲੀ ਬਾਬੇ ਨੂੰ ਦਿਖਾਵਾਂਗਾ ਜ਼ਰੂਰ ਕਿ ਤੈਨੂੰ ਕੀ ਕਿੱਥੇ ਤੱਕ ਹੈਗਾ। ਤੇ ਦੂਸਰੇ ਜਿਨ੍ਹਾਂ ਨੂੰ ਚੈਲੰਜ ਕਰਦੇ ਨਾ ਉਹ ਸਰਦਾਰ ਹੁੰਦੇ ਆ, ਉਹ ਬਿਨਾਂ ਕਿਰਪਾਨ ਤੋਂ ਸੱਚ ਬੋਲਦੇ ਆ ਤੇ ਤੂੰ ਝੂਠ ਬੋਲਦਾ ਕਿਰਪਾਨਾਂ ਪਾ ਕੇ। ਮੈਨੂੰ ਬਸ ਇਸ ਗੱਲ ਤੇ ਇਹਦੀ ਹਲਕਤ ਹੈਗੀ ਆ। ਲੰਗਰ ਕਰਦਾ 3 ਅੰਦਰ ਆਪਣੇ ਵਾਸਤੇ ਅਲੱਗ, ਆਪਣੇ ਸੇਵਕਾਂ ਵਾਸਤੇ ਅਲੱਗ, ਤੇ ਦੂਸਰੀ ਸੰਗਤ ਵਾਸਤੇ ਅਲੱਗ। ਆਹ ਕਿਹੜਾ ਗੁਰੂ ਕਰਦਾ? ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੇ ਲੰਗਰ ਚਲਾਇਆ ਸੀ ਨਾ, ਤੇ ਪੰਗਤ ਵਿੱਚ ਬੈਠ ਕੇ ਆਪ ਛਕਿਆ ਸੀ ਲੰਗਰ, ਔਰ ਛਕਦੇ ਸੀ, ਔਰ ਉਹਨਾਂ ਨੇ ਸਿਰਫ ਇਹ ਕਿਹਾ ਸੀ ਕਿ ਇੱਕ ਪੰਗਤ ਤੇ ਲੰਗਰ ਇੱਕ, ਸਾਰੀ ਸੰਗਤ ਛਕੇਗੀ ਹੋਈ। ਤਾਂ ਆਹ 3 ਲੰਗਰ ਕਿੱਥੋਂ ਛਕਾ ਰਿਹਾ?
ਆਹ ਕਿਹੜੇ ਹੱਥ ਧੋਣ ਦੀਆਂ ਗੱਲਾਂ ਕਰਦਾ, ਆਹ ਆਪਣੀ ਸੇਵਾ ਆਪ ਕਰਾਂਦਾ, ਬਸ ਹੋਰ ਕੁਝ ਕਰ ਨਹੀਂ। ਮਹਾਰਾਜ ਦੇ ਸਰੂਪ ਜਿੱਥੇ ਮਹਾਰਾਜ ਤੋਖੇ ਜਾਂਦੇ ਆ, ਉਹਦੇ ਨਾਲ ਇਹਨੇ ਆਪਣੀ ਗੱਦੀ ਲਾਈ ਹੋਈ ਹੈ। ਲਾਨਤ ਹੈ ਜੇ ਬੰਦੇ ਦੇ ਉੱਤੇ। ਉਹ ਗਲਤੀ ਸਿਰਫ ਸਾਡੇ ਲੋਕਾਂ ਦੀ ਹੈ, ਜਿਹਨੇ ਇਹਨਾਂ ਨੂੰ ਚੁੱਕ ਕੇ ਇੰਨਾ ਉੱਚਾ ਬਣਾ ਦਿੱਤਾ। ਅੱਛਾ, ਇਹ ਵੀ ਗੱਲ ਸਾਹਮਣੇ ਆਈ ਹੈ ਜਦੋਂ ਅਸੀਂ ਉਸ ਗੁਜ਼ਾਰੇ ਦੇ ਵਿੱਚ ਕਿ ਵਾਕਈ ਗੱਦੀ ਵੀ ਲਾਈ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ, ਵਾਕਈ ਲਾਈ ਪਰ ਮਹਾਰਾਜ ਦਾ ਸਰੂਪ ਜਿੱਥੇ ਤੋਖੇ ਜਾਂਦਾ ਅੱਛਾ ਉਸ ਜੀ। ਤੋਂ ਬਾਹਰ ਸਾਹਮਣੇ ਜਾ ਕੇ ਵੇਖੋਗੇ ਚਿੱਟੇ ਰੰਗ ਦਾ ਚਾਦਰ ਟੰਗੀ ਹੈ ਉੱਤੇ। ਅੱਛਾ ਜੀ। ਉਹ ਚਾਦਰ ਦੇ ਬਿਲਕੁਲ ਥੱਲੇ ਗੱਡੀ ਲੱਗਦੀ ਹੈ। ਅੱਛਾ ਉਹ ਵੀਡੀਓ ਹੈਗੀਆਂ ਇਹਦੀਆਂ ਕਈ ਜੀ। ਜਿਹਦੇ ਵਿੱਚ ਇਹ ਕਰਦਾ ਪਿਆ। ਉੱਤੇ ਇੱਕ ਲਾਠੀ ਵੀ ਪਈ ਆ, ਉੱਥੇ ਜਿਹੜੀ ਲਾਠੀ ਨਾਲ ਬੰਦਿਆਂ ਨੂੰ ਆਸ਼ੀਰਵਾਦ ਦਿੰਦਾ, ਦੂਰ ਵੀ ਨਹੀਂ ਚੱਕਦਾ ਵੀ ਨਹੀਂ। ਹਾਂ, ਕੈਂਸਰ ਠੀਕ ਕਰਦਾ। ਹੋਰ ਵੀ ਰੋਗ ਲੈਚੀਆਂ ਦੇ ਨਿਆਣੇ ਬਾਕੀ ਜਿਹੜੇ ਜਾਤ ਪਾਤ ਦੇ ਇਸ਼ੂ ਚੱਕੇ ਨੇ, ਉਹ ਜਿਹੜੇ ਬੰਦੇ ਦੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਤੇ ਸੰਗਤਾਂ ਨਾਲ ਹੋ ਜਾਂਦੀਆਂ ਸੀ ਹੜਤਾਲਾਂ, ਉਹਨਾਂ ਨੂੰ ਕਹਿੰਦਾ ਕਮਜ਼ਾਤ ਹੈ। ਲਾਨਤ ਹੈ ਜੇ ਬੰਦੇ ਦੇ ਉੱਤੇ। ਅੱਛਾ ਵੀਰ ਜੀ, ਇਹ ਦੱਸਿਓ ਮੈਨੂੰ ਕਿ ਕਿਉਂਕਿ ਜਿਵੇਂ ਹੁਣ ਗੱਦੀ ਦਾ ਮਸਲਾ ਆ ਜਾਂ ਜਿਹੜੇ ਸਹਿਜਧਾਰੀ ਆ ਸੇਵਾ ਨਹੀਂ ਕਰਨ ਦਿੱਤੀ ਜਾਂਦੀ, ਬਾਣੀ ਪੜ੍ਹਨ ਦਿੱਤੀ ਜਾਂਦੀ, ਜਦੋਂ ਗੁਰੂ ਘਰ ਸੁਸ਼ੋਭਿਤ ਹੋਇਆ ਸੀ ਉਦੋਂ ਤੋਂ ਹੀ ਚੱਲ ਰਿਹਾ ਹੋਣਾ, ਮੈਨੂੰ ਲਗਭਗ ਸਾਲ ਹੋ ਗਿਆ ਹੋਣਾ ਕਿ ਹੁਣੇ ਹੀ ਰੀਸੈਂਟਲੀ ਹੋਇਆ? ਪਹਿਲਾਂ ਸੰਗਤ ਜਿਹੜੀ ਸੀ ਉਹ ਕੀਰਤਨ ਕਰਦੇ ਹੁੰਦੀ ਸੀ। ਇੱਕ ਉੱਥੇ ਸਥਾਨ ਸੀਗਾ, ਉਹ ਗੁਰੂ ਘਰ ਨਹੀਂ ਸੀਗਾ ਜੀ। ਉੱਥੇ ਐਵਰੀ ਫਰਾਈਡੇ ਸੈਟਰਡੇ ਸੰਡੇ ਕੀਰਤਨ ਕਰਨ ਲਈ ਸੰਗਤ ਇਕੱਠੀ ਹੁੰਦੀ ਸੀ। ਇਹਦੇ ਦਿਮਾਗ 'ਚ ਪਤਾ ਨਹੀਂ ਜਦੋਂ ਦਾ ਗੁਰਦੁਆਰਾ ਸਾਹਿਬ ਪੈਸੇ ਕਰਕੇ ਆਇਆ ਸੋ ਤੁਸੀਂ ਦੇਖਿਆ ਕਿ ਜਿਹੜੇ ਰੋਸ ਮੁਜ਼ਾਹਰਾ ਕਰ ਰਹੇ ਨੇ, ਜਿਹੜੇ ਕਿ ਪਹਿਲਾਂ ਕਮੇਟੀ ਦੇ ਵਿੱਚ ਸੀ, ਟਰਸਟੀ ਸਨ, ਉਹਨਾਂ ਨੂੰ ਟਰਸਟ ਦੇ ਵਿੱਚੋਂ ਰਿਮੂਵ ਕੀਤਾ ਗਿਆ, ਜਿਹੜੇ ਫਾਊਂਡਰ ਟਰਸਟੀ ਸੀਗੇ ਉਹਨਾਂ ਦੇ ਵੱਲੋਂ। ਸੋ ਇਸ ਵੇਲੇ ਕਾਫੀ ਰੋਸ ਜਿਹੜਾ ਉਹ ਸੰਗਤਾਂ ਦੇ ਵਿੱਚ ਹੈ ਤੇ ਇਹਨਾਂ ਦੀਆਂ ਮੰਗਾਂ ਕੀ ਸਨ, ਇਹਨਾਂ ਦੇ ਸਵਾਲ ਕੀ ਸਨ, ਇਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ। ਤੁਸੀਂ ਦੇਖੇ ਆਪਣੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਰਹੇ ਨੇ, ਕਿਉਂਕਿ ਧਾਰਮਿਕ ਸਥਾਨ ਦੇ ਨਾਲ ਬਹੁਤ ਜ਼ਿਆਦਾ ਆਸਥਾ ਰੱਖ ਕੇ ਜਦੋਂ ਕੋਈ ਬੰਦਾ ਜੁੜਦਾ ਹੈ ਤੇ ਉਹ ਆਪਣੇ ਆਪ ਦੇ ਲਈ ਕਹਿੰਦੇ ਨੇ ਕੁਝ ਵੀ ਨਹੀਂ ਰੱਖਦਾ। ਸੋ ਇਸ ਤਰ੍ਹਾਂ ਦਾ ਕੁਝ ਸਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਤੇ ਹੁਣ ਉਹ ਕਾਫੀ ਜ਼ਿਆਦਾ ਉਦਾਸ ਉਹਨਾਂ ਦੇ ਹਿਰਦੇ ਨੇ ਜਦੋਂ ਤੁਹਾਡੀਆਂ ਆਸਾਂ ਤੇ ਕੋਈ ਖਰਾ ਨਹੀਂ ਉਤਰਦਾ। ਇਸ ਵੇਲੇ ਜਿਹੜਾ ਰੋਸ ਮੁਜ਼ਾਹਰਾ ਉਹ ਲਗਾਤਾਰ ਚੱਲ ਰਿਹਾ ਹੈ, ਨਾਅਰੇ ਲਗਾਏ ਜਾ ਰਹੇ ਨੇ ਤੇ ਸਾਡੀ ਰੇਡੀਓ ਸਪਾਈਸ ਦੀ ਸਾਰੀ ਟੀਮ ਦੀ ਕੋਸ਼ਿਸ਼ ਰਹੇਗੀ ਕਿ ਸਮੇਂ-ਸਮੇਂ ਤੇ ਤੁਹਾਨੂੰ ਅਪਡੇਟ ਕਰਦੇ ਰਹੀਏ। ਖੈਰ ਜਾਂਦੇ ਇਹ ਦੱਸ ਦਈਏ ਕਿ ਜਿਨ੍ਹਾਂ ਦੇ ਖਿਲਾਫ ਜਿਹੜਾ ਮੁਜ਼ਾਹਰਾ ਹੋ ਰਿਹਾ, ਸੋ ਉਹਨਾਂ ਦੇ ਨਾਲ ਜਦੋਂ ਪ੍ਰਬੰਧਕੀ ਕਮੇਟੀ ਦੇ ਨਾਲ ਜਦੋਂ ਅਸੀਂ ਕੋਸ਼ਿਸ਼ ਕੀਤੀ ਸੰਪਰਕ ਬਣਾਉਣ ਦੀ, ਤੇ ਉਹਨਾਂ ਦੇ ਵੱਲੋਂ ਸਾਨੂੰ ਦੱਸਿਆ ਗਿਆ ਕਿ ਉਹਨਾਂ ਨੇ ਆਪਣਾ ਜਿਹੜਾ ਕਲੈਰੀਫਿਕੇਸ਼ਨ ਹੈ ਆਪਣੀ ਉਹ ਫੇਸਬੁੱਕ ਪੇਜ ਦੇ ਉੱਤੇ ਦੇ ਦਿੱਤੀ ਹੈ। ਸੋ ਇਸ ਤੋਂ ਬਾਅਦ ਵੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਜਿਹੜਾ ਇੱਕ ਵਾਰੀ ਫਿਰ ਅਸੀਂ ਜਿਹੜੀ ਸਟੇਟਮੈਂਟ ਹੈ ਉਹ ਲੈਣ ਦੀ ਕੋਸ਼ਿਸ਼ ਕਰੀਏ। ਥੈਂਕ ਯੂ ਤੁਹਾਡਾ ਸਾਥ ਦੇਣ ਦੇ ਲਈ। ਧੰਨਵਾਦ।